देखना पऊगा भी केड़ा सरकार दी बोली बोल रहा है, केड़ा कौम दी बोली बोल रहा है। ये तो कौम फैसला करे ना। जद मैं कौम नूं बेनती करदा कि ਜਿਹੜੇ नवे बादल अजे पुंगर रहे ने उन्हां नूं हुणे तुसीं पछाण लओगे, चंगे रहोगे। ਉਹ ਇਸ ਤਰੀਕੇ ਨਾਲ ਬੀਜੇਪੀ ਦਾ ਗੁਣਗਾਇਨ ਕਰ ਰਹੇ ਸੀ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਮਝੌਤਾ ਹੁੰਦਾ ਸੀ ਬੀਜੇਪੀ ਦੇ ਨਾਲ, ਤਾਂ ਉਹ ਇਹ ਵੀ ਗੁਣਗਾਇਨ ਕਰਦੇ ਰਹੇ ਨੇ। ਦਾਦੂਵਾਲ ਸਾਹਿਬ, ਕੀ ਇਹ ਆਮ ਬੰਦਿਆਂ ਦੀ ਜਿਹੜੀ ਸਿਫਾਰਿਸ਼ ਹੈ ਉਹ ਪੰਜਾਬ ਪੁਲਿਸ ਦਾ ਡੀਜੀਪੀ ਕਰ ਦੂਗਾ? ਕੋਈ ਅਕਲ ਨੂੰ ਹੱਥ ਮਾਰ ਲਓ। ਆਪਾਂ ਇੱਕ ਕੇਂਦਰ ਸਰਕਾਰ ਦੀ ਜਿਹੜੀ ਉਹਦੀ ਸੇਵਾਦਾਰੀ ਕਰਦੇ 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 ਇਸ ਹੱਦ ਤੱਕ ਚਲੇ ਜਾਵਾਂਗੇ, ਮੈਨੇ ਨਹੀਂ ਸੀ ਸੋਚਿਆ। ਉਮਰ ਕੈਦ ਹੋਈ 2-2 ਸਾਲ ਬਾਅਦ ਛੱਡਤੇ। ਇਹ ਉਹ 4 ਬੰਦੇ ਨੇ ਜਿਨ੍ਹਾਂ ਨੇ ਬੇਕਸੂਰ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਹੈ। ਇਹੀ ਗੱਲ ਮੈਨੂੰ ਬਾਰ-ਬਾਰ ਉੱਥੇ ਚੈਨਲ ਤੇ ਕਹਿਣੀ ਪਈ ਕਿ ਤੁਸੀਂ ਇਹਨਾਂ ਨੂੰ ਨਾਰਮਲ ਬੰਦੇ ਕਿਸ ਆਧਾਰ ਤੇ ਕਹਿ ਰਹੇ ਹੋ। ਸੋ ਜਾਂ ਤਾਂ ਇਹ ਤੇ ਦਾਦੂਵਾਲ ਸਾਹਿਬ ਆਪਣਾ ਸਪਸ਼ਟ ਕਰਨ ਕਿ ਜਿਹੜਾ ਸਾਡੇ ਸਿੱਖਾਂ ਦੇ ਕਾਤਲਾਂ ਨੂੰ ਉਹਨਾਂ ਨੇ ਨਾਰਮਲ ਕਿਹਾ ਉਹ ਕਿਸੇ ਉਹਨਾਂ ਨੇ ਵੈਸੇ ਹੀ ਕਹਿਤਾ ਸਮਝ ਨਹੀਂ ਸੀਗੀ, ਜਾਂ ਤਾਂ ਉਹਨਾਂ ਨੂੰ ਜਾਣਕਾਰੀ ਦੀ ਕਮੀ ਹੈ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਕਿਹਾ। ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਇਸ ਮੁੱਦੇ ਦੇ ਉੱਤੇ। ਜਦੋਂ ਵੀ ਸਿੱਖ ਕੌਮ ਦੇ ਭਖ ਦੇ ਮਸਲੇ ਸੰਬੰਧੀ ਗੱਲਬਾਤ ਹੁੰਦੀ ਹੈ ਤਾਂ ਜਿਵੇਂ ਹੀ ਇਹ ਗੱਲਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ, ਉਸ ਤੋਂ ਬਾਅਦ ਚ ਮੇਨ ਸਟਰੀਮ ਮੀਡੀਆ ਹੋਵੇ, ਇਲੈਕਟ੍ਰੋਨਿਕ ਮੀਡੀਆ, ਅਖਬਾਰਾਂ ਹੋਣ, ਉਹਨਾਂ ਦੇ ਵਿੱਚ ਚੁੰਝ ਚਰਚਾ ਵੀ ਜਿੱਥੇ ਛਿੜਦੀ ਹੈ ਉੱਥੇ ਇੱਕ ਕੰਟਰੋਵਰਸੀ ਵੀ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਦੀ ਜੇਕਰ ਗੱਲ ਕੀਤੀ ਜਾਵੇ, ਚੰਡੀਗੜ੍ਹ ਪੱਕੇ ਤੌਰ ਤੇ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ। ਪਰ ਜਦੋਂ ਵੀ ਜਿਵੇਂ ਹੀ ਸਿੱਖ ਧਿਰਾਂ ਖਾਸ ਕਰਕੇ ਤੇ ਇਸ ਦੇ ਨਾਲ ਸਿੱਖ ਰਾਜਨੀਤੀ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਜਦੋਂ ਇਹ ਗੱਲਬਾਤ ਹੁੰਦੀ ਹੈ ਤਾਂ ਉੱਥੇ ਰਾਏ ਜਿਹੜੀ ਆ ਉਹ ਆਪਸ ਦੇ ਵਿੱਚ ਕਹਿ ਲਈਏ ਪਾਟੋ ਧਾੜ ਹੁੰਦੇ ਨੇ, ਕੋਈ ਇੱਕ ਰਾਏ ਨਹੀਂ ਹੁੰਦੀ। ਪਿਛਲੇ ਦਿਨੀ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਦੇ ਵਿੱਚ ਚਰਚਾ ਦੇ ਦੌਰਾਨ ਕਾਫੀ ਇੱਕ ਵਿਵਾਦ ਵੀ ਛਿੜਿਆ ਸੀ। ਭਾਈ ਬਲਜੀਤ ਸਿੰਘ ਦਾਦੂਵਾਲ ਤੇ ਉਧਰ ਦੂਜੇ ਪਾਸੇ ਸਿੱਖ ਕੌਮ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਜਦੋਂ ਗੱਲਬਾਤ ਕਰ ਰਹੇ ਸਨ ਤਾਂ ਉੱਥੇ ਕੁਝ ਅਜਿਹੇ ਕੇਸ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਕਿ ਅਕਸਰ ਹੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨੀ ਦਾ ਕਤਲੇਆਮ ਕੀਤਾ ਗਿਆ, ਤਾਂ ਉੱਥੇ ਹੀ ਇੱਕ ਪ੍ਰਚਾਰਕ, ਇੱਕ ਜ਼ਿੰਮੇਵਾਰ ਪ੍ਰਚਾਰਕ ਦੁਆਰਾ ਨਾਰਮਲ ਕਹਿ ਦੇਣਾ ਇਹ ਆਪਣੇ ਆਪ ਦੇ ਵਿੱਚ ਹੀ ਕਾਫੀ ਜ਼ਿਆਦਾ ਸੋਚਣ ਤੇ ਮਜਬੂਰ ਕਰਦਾ ਹੈ। ਇਸ ਵਕਤ ਆਪਣੇ ਨਾਲ ਨੇ ਭਾਈ ਹਰਜਿੰਦਰ ਸਿੰਘ ਮਾਝੀ, ਉਹਨਾਂ ਤੋਂ ਜਾਣਨਾ ਚਾਹਾਂਗੇ। ਭਾਈ ਸਾਹਿਬ, ਜਿਸ ਤਰ੍ਹਾਂ ਕਿ ਚਰਚਾ ਦੇ ਦੌਰਾਨ ਪਿਛਲੇ ਦਿਨ ਇੱਕ ਨਿੱਜੀ ਚੈਨਲ ਦੇ ਉੱਪਰ ਚਰਚਾ ਹੋਈ, ਤੁਸੀਂ ਵੀ ਸ਼ਾਮਲ ਸੀ, ਉਸ ਦੇ ਵਿੱਚ ਕੁਝ ਅਜਿਹੇ ਕੇਸ ਹਨ ਜਿਨ੍ਹਾਂ ਨੂੰ ਨਾਰਮਲ ਕਿਹਾ ਗਿਆ। ਦੂਜੇ ਪਾਸੇ ਸਿੰਘ ਬੰਦੀਆਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਅਲੱਗ ਨਜ਼ਰੀਏ ਨਾਲ ਵੇਖਿਆ ਜਾਂਦਾ, ਉਹ ਵੀ ਇੱਕ ਸਿੱਖ ਪ੍ਰਚਾਰਕ ਦੁਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ, ਗੱਲ ਇਹ ਹੈ ਕਿ ਕਿਸੇ ਵਿਸ਼ੇਸ਼ ਵਿਅਕਤੀ ਨੇ ਕੀ ਕਿਹਾ ਕੀ ਨਹੀਂ ਕਿਹਾ, ਇਸ ਗੱਲ ਦੀ ਕੋਈ ਮਹੱਤਤਾ ਨਹੀਂ। ਮਹੱਤਤਾ ਇਹ ਹੈ ਕਿ ਜਿਹੜੇ ਸਾਡੇ ਕੋਲ ਤੱਥ ਪਏ ਨੇ, ਜਿਹੜੇ ਸਾਡੇ ਕੋਲੇ ਸਬੂਤ ਪਏ ਨੇ, ਆਪਾਂ ਉਹਨਾਂ ਦੇ ਆਧਾਰਿਤ ਜਿਹੜੀ ਗੱਲ ਹੈ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ। ਪਿਛਲੇ ਦਿਨੀ ਇੱਕ ਚੈਨਲ ਦੇ ਉੱਤੇ ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲੀ ਤਾਂ ਮੈਂ ਉਸ ਵਕਤ ਇਹ ਕਿਹਾ, ਉੱਥੇ ਸਾਡੇ ਕੁਝ ਸਨਮਾਨਯੋਗ ਸੱਜਣ ਬੈਠੇ ਸੀਗੇ ਜਿਹੜੇ ਅੱਜ ਬੀਜੇਪੀ ਦੇ ਬਹੁਤ ਜ਼ਿਆਦਾ ਨੇੜੇ ਨੇ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਉੱਥੇ ਤੁਸੀਂ ਉਹ ਪੂਰੀ ਡਿਬੇਟ ਨੂੰ ਜਦੋਂ ਸੁਣ ਕੇ ਵੇਖੋਗੇ ਤਾਂ ਇਦਾਂ ਲੱਗ ਰਿਹਾ ਸੀ ਕਿ ਕੋਈ ਸਿੱਖ ਪ੍ਰਚਾਰਕ ਨਹੀਂ ਬਲਕਿ ਇੱਕ ਬੀਜੇਪੀ ਨੂੰ ਰੀਪ੍ਰਜੈਂਟ ਜਿਵੇਂ ਉਹ ਬੰਦੇ ਕਰ ਰਹੇ ਹੁੰਦੇ ਨੇ ਦਾਦੂਵਾਲ, ਤਾਂ ਉਹ ਇਸ ਤਰੀਕੇ ਨਾਲ ਬੀਜੇਪੀ ਦਾ ਗੁਣਗਾਇਨ ਕਰ ਰਹੇ ਸੀ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਮਝੌਤਾ ਹੁੰਦਾ ਸੀ ਬੀਜੇਪੀ ਦੇ ਨਾਲ, ਤਾਂ ਉਹ ਇਹ ਵੀ ਗੁਣਗਾਇਨ ਕਰਦੇ ਰਹੇ ਨੇ। ਤਾਂ ਮੈਂ ਉੱਥੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਵੀ ਜੇ ਇੰਨੇ ਚੰਗੇ ਨੇ ਬੀਜੇਪੀ ਵਾਲੇ, ਤਾਂ ਤੁਸੀਂ ਜਿਹੜਾ 2019 ਦੇ ਵਿੱਚ 11 ਅਕਤੂਬਰ ਨੂੰ ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਜੇਲ੍ਹ ਉਮਰ ਕੈਦ ਦੇ ਵਿੱਚ ਬਦਲਣੀ ਸੀ, ਤਾਂ ਉਹ ਤੁਸੀਂ ਲਾਗੂ ਕਰਵਾ ਦਿਓ। ਉਹ ਕਹਿੰਦੇ ਜੀ ਨਹੀਂ, ਅਸੀਂ ਥੋੜੇ ਕੰਮ ਹੋ ਗਏ, ਥੋੜੇ ਜਿਹੇ ਰਹਿੰਦੇ ਨੇ। ਇਦਾਂ ਗੱਲ ਕਰਦੇ ਕਰਦੇ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ, ਇੱਕ ਪਾਸੇ ਤਾਂ ਸਾਡੇ 32 ਸਾਲਾਂ ਬਾਅਦ ਵੀ ਸਿੰਘ ਛੱਡੇ ਨਹੀਂ ਜਾ ਰਹੇ, ਤੇ ਦੂਜੇ ਪਾਸੇ 2-2 ਸਾਲਾਂ ਬਾਅਦ ਜਿਹੜੇ ਉਮਰ ਕੈਦੀਆਂ ਜਿਨ੍ਹਾਂ ਨੂੰ ਉਮਰ ਕੈਦ ਹੋਈ ਪਰ 2 ਸਾਲਾਂ ਬਾਅਦ ਛੱਡੇ ਗਏ,
ਉਹਨਾਂ ਨੂੰ ਕਿਹਾ ਕਿ ਜੇ ਇਹ ਇੰਨਾ ਠੀਕ ਹੈ ਕੰਮ ਤਾਂ ਤੁਸੀਂ 2019 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਕੇਂਦਰ ਸਰਕਾਰ ਨੇ 11 ਅਕਤੂਬਰ ਨੂੰ, ਉਹ ਤੁਸੀਂ ਲਾਗੂ ਕਰਵਾ ਦਿਓ। ਉਦੋਂ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ, ਉਹਨਾਂ ਦੀ ਫਾਂਸੀ ਉਮਰ ਕੈਦ ਦੇ ਵਿੱਚ ਤਬਦੀਲ ਹੋਣੀ ਆ, ਉਹ ਕਰਵਾ ਦਿਓ। ਤੇ ਦੂਜੇ ਪਾਸੇ ਮੈਂ ਇਹ ਦੱਸਿਆ ਕਿ ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ ਉਹ 2-2 ਸਾਲ ਬਾਅਦ ਛੱਡੇ ਗਏ। ਤਾਂ ਉਸ ਵਕਤ ਦਾਦੂਵਾਲ ਜੀ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਨੇ ਕਿ ਨਹੀਂ, ਜਿਹੜੇ 2-2 ਸਾਲਾਂ ਬਾਅਦ ਛੱਡੇ ਗਏ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਉਹ ਤਾਂ ਨਾਰਮਲ ਕੇਸ ਸੀਗੇ। ਸਭ ਤੋਂ ਪਹਿਲੀ ਗੱਲ ਤਾਂ ਮੈਂ ਅੱਜ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਸਾਡੇ ਬੰਦੇ ਸਿੱਖ ਦਿੱਖ ਵਾਲੇ ਲੋਕ, ਮੈਂ ਇਹਨਾਂ ਦੀ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਜਦੋਂ ਸ਼ਰੇਆਮ ਹੀ ਮਤਲਬ ਝੂਠ ਜਿਹੜਾ ਹੈਗਾ ਸੰਗਤ ਦੇ ਵਿੱਚ ਬੋਲਿਆ ਜਾਂਦਾ ਹੈ, ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਤਾਂ ਮੈਂ ਉੱਥੇ ਵੀ ਚੈਨਲ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਵੱਖਰਾ ਟਾਈਮ ਕੱਢ ਲਓ। ਚੈਨਲ ਦੇ ਉੱਤੇ ਤਾਂ ਲਿਮਟਡ ਸਮਾਂ ਹੁੰਦਾ, ਵੱਖਰਾ ਬੈਠ ਜਾਂਦੇ ਆ ਇਸ ਮੁੱਦੇ ਤੇ ਆਪਾਂ। ਤਾਂ ਮੈਂ ਦੱਸਣਾ ਚਾਹੁੰਦਾ ਸਾਰੀ ਸੰਗਤ ਨੂੰ, ਆਹ ਡਾਕੂਮੈਂਟ ਪਹਿਲਾਂ ਦਿਖਾਉਣਾ ਚਾਹੁੰਦਾ ਕਿ ਜਿਹੜੇ ਬੰਦਿਆਂ ਨੂੰ ਨਾਰਮਲ ਦੱਸਿਆ ਜਾ ਰਿਹਾ ਹੈ, ਇਹ ਇੱਕ ਬੰਦਾ ਹੈ ਜਿਹਨੂੰ ਉਮਰ ਕੈਦ ਹੋਈ ਹੈ ਔਰ ਇਹਨੇ ਜੇਲ੍ਹ ਦੇ ਵਿੱਚ ਸਿਰਫ 2 ਸਾਲ 4 ਮਹੀਨੇ 6 ਦਿਨ ਲਾਏ ਹੈ। ਦੂਜਾ ਬੰਦਾ ਇਹਦਾ ਪੂਰਾ ਡਿਟੇਲ ਹੈ ਜੀ, ਇੱਥੇ ਸਾਰਾ ਕੁਝ ਦਿੱਤਾ ਹੋਇਆ ਹੈ। ਓਂਕਾਰ ਸਿੰਘ ਪੁੱਤਰ ਮਾਧੋ ਸਿੰਘ, ਕੇਂਦਰੀ ਜੇਲ੍ਹ ਪਟਿਆਲਾ ਵਾਸੀ, ਫਤਿਹਪੁਰ ਤਹਿਸੀਲ, ਮਤਲਬ ਪੂਰਾ ਐਡਰੈਸ ਇਹਦੇ ਤੇ ਹੈਗਾ। ਮੇਰਾ ਜਿਹੜਾ ਪੁਆਇੰਟ ਹੈ ਉਹ ਇਹ ਹੈ, ਆਹ ਉਮਰ ਕੈਦੀ ਨੂੰ ਸਿਰਫ ਜੇਲ੍ਹ 'ਚ 2 ਸਾਲ 5 ਦਿਨ ਲਾਉਣੇ ਪਏ ਆ। ਆਹ ਤੀਜਾ ਬੰਦਾ ਜਿਹਨੂੰ ਉਮਰ ਕੈਦ ਹੋਈ ਹੈ 1 ਸਾਲ 11 ਮਹੀਨੇ 13 ਦਿਨ ਜੇਲ੍ਹ 'ਚ ਰਹਿ ਕੇ ਆਇਆ। ਆਹ ਚੌਥਾ ਬੰਦਾ ਜਿਹਨੂੰ ਉਮਰ ਕੈਦ ਹੋਈ ਹੈ 1 ਸਾਲ 11 ਮਹੀਨੇ 7 ਦਿਨ ਜੇਲ੍ਹ ਦੇ ਵਿੱਚ ਰਹਿ ਕੇ ਆਇਆ। ਮੈਂ ਮੋٹے ਰੂਪ ਵਿੱਚ ਗੱਲ ਕੀਤੀ ਉੱਥੇ ਕਿ ਬੰਦਿਆਂ ਨੂੰ ਉਮਰ ਕੈਦਾਂ ਹੋਈਆਂ ਤਾਂ ਇਹ 2-2 ਸਾਲ ਬਾਅਦ ਰਿਹਾ ਹੋਗੇ। ਨਹੀਂ ਸਿੰਘ ਸਾਹਿਬ, ਇਹਨਾਂ ਦਾ ਦੋਸ਼ ਕੀ ਇਹਨਾਂ ਦੇ ਤੇ? ਮੈਂ ਤੁਹਾਨੂੰ ਇਹ ਦੱਸਦਾ, ਜਿਹੜੇ ਅੱਜ ਸਾਡੇ ਸਿੱਖੀ ਦੇ ਲਿਬਾਸ ਵਿੱਚ ਬੰਦੇ ਜਿਹੜੇ ਮਤਲਬ ਸਿੱਖੀ ਦੇ ਐਂਟੀ ਭੁਗਤ ਰਹੇ ਨੇ, ਮੈਂ ਸਾਰੀ ਕੌਮ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਸੁਣੋ। ਜੇ ਕੁਝ ਗਲਤ ਲੱਗਦਾ ਤਾਂ ਮੇਰੇ ਤੇ ਤੁਸੀਂ ਕਾਰਵਾਈ ਕਰਵਾਓ, ਮੈਂ ਮਤਲਬ ਕੋਈ ਜਦੋਂ ਮਰਜ਼ੀ ਬੈਠ ਕੇ ਗੱਲ ਕਰ ਲੈਣ। ਇਹ ਤੁਸੀਂ ਦੱਸੋ, ਇਹ ਬੰਦਿਆਂ ਦੀ ਸਿਫਾਰਿਸ਼ ਕਿਹਨੇ ਕੀਤੀ? ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ ਇਹਨਾਂ ਨੂੰ ਛੱਡਿਆ ਜਾਵੇ ਤੁਰੰਤ, ਇਹਨਾਂ ਦੀ ਸਿਫਾਰਿਸ਼ ਕੀਤੀ ਆ। ਦੇਖ ਲਓ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜ਼ਿਲ੍ਹਾ ਪੰਜਾਬ ਤੇ ਡੀਜੀਪੀ ਪੰਜਾਬ ਪੁਲਿਸ ਦਾਦੂਵਾਲ ਸਾਹਿਬ। ਕੀ ਇਹ ਆਮ ਬੰਦਿਆਂ ਦੀ ਜਿਹੜੀ ਸਿਫਾਰਿਸ਼ ਹੈ ਉਹ ਪੰਜਾਬ ਪੁਲਿਸ ਦਾ ਡੀਜੀਪੀ ਕਰ ਦੂਗਾ? ਕੋਈ ਅਕਲ ਨੂੰ ਹੱਥ ਮਾਰ ਲਓ। ਆਪਾਂ ਇੱਕ ਕੇਂਦਰ ਸਰਕਾਰ ਦੀ ਜਿਹੜੀ ਉਹਦੀ ਸੇਵਾਦਾਰੀ ਕਰਦੇ ਇਸ ਹੱਦ ਤੱਕ ਚਲੇ ਜਾਵਾਂਗੇ, ਮੈंने ਨਹੀਂ ਸੀ ਸੋਚਿਆ। ਠੀਕ ਹੈ, ਤੁਹਾਡੇ ਬਾਰੇ ਜੋ ਮੈਂ ਪਰਸਨਲ ਨਹੀਂ ਜਾਣਾ ਚਾਹੁੰਦਾ, ਪਰ ਮੇਰੀ ਬੇਨਤੀ ਇਹ ਆ, ਤੱਥ ਬੋਲਦੇ ਨੇ। ਹੁਣ ਤੁਸੀਂ ਕਹੋਗੇ ਜੀ ਆਏ ਆ ਮਾਜੀ ਤਾਂ ਆਏ ਆ, ਮੈਂ 1000 ਤੁਸੀਂ ਮੈਨੂੰ ਮਾੜਾ ਕਹੋ, ਪਰ ਆਹ ਜਿਹੜਾ ਪੇਜ ਹੈ ਇਹਨੂੰ ਗਲਤ ਕਰਕੇ ਦੱਸੋ ਨਾ। ਇਹ ਪੂਰੇ ਦੁਨੀਆ ਦੇ ਵਿੱਚ ਇਹ ਗੱਲ ਸਮਝ ਆ ਚੁੱਕੀ ਹੈ ਸਿੱਖਾਂ ਨੂੰ ਕਿ ਇਹਨਾਂ ਨੂੰ ਉਮਰ ਕੈਦ ਹੋਈ 2-2 ਸਾਲ ਬਾਅਦ ਛੱਡਤੇ। ਇਹ ਉਹ 4 ਬੰਦੇ ਨੇ ਜਿਨ੍ਹਾਂ ਨੇ ਬੇਕਸੂਰ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਹੈ। ਇਹੀ ਗੱਲ ਮੈਨੂੰ ਬਾਰ-ਬਾਰ ਉੱਥੇ ਚੈਨਲ ਤੇ ਕਹਿਣੀ ਪਈ ਕਿ ਤੁਸੀਂ ਇਹਨਾਂ ਨੂੰ ਨਾਰਮਲ ਬੰਦੇ ਕਿਸ ਆਧਾਰ ਤੇ ਕਹਿ ਰਹੇ ਹੋ। ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਸਾਰੀ ਕੌਮ ਨੂੰ ਕਿ ਇਮਾਨਦਾਰੀ ਨਾਲ ਕੰਮ ਸਾਨੂੰ ਕਰਨਾ ਚਾਹੀਦਾ ਕਿ ਜਿਹੜਾ ਹੈਗਾ ਹੁਣ ਜਾਂ ਤਾਂ ਇਹ ਤੇ ਦਾਦੂਵਾਲ ਸਾਹਿਬ ਆਪਣਾ ਸਪਸ਼ਟ ਕਰਨ ਕਿ ਜਿਹੜਾ ਸਾਡੇ ਸਿੱਖਾਂ ਦੇ ਕਾਤਲਾਂ ਨੂੰ ਉਹਨਾਂ ਨੇ ਨਾਰਮਲ ਕਿਹਾ, ਉਹ ਕਿਸੇ ਉਹਨਾਂ ਨੇ ਵੈਸੀ ਕਹਿਤਾ ਸਮਝ ਨਹੀਂ ਸੀਗੀ, ਜਾਂ ਤਾਂ ਉਹਨਾਂ ਨੂੰ ਜਾਣਕਾਰੀ ਦੀ ਕਮੀ ਹੈ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਕਿਹਾ। ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਇਸ ਮੁੱਦੇ ਦੇ ਉੱਤੇ। ਬਾਕੀ ਮੈਂ ਪਰਸਨਲ ਉਹਨਾਂ ਤੇ ਕੋਈ ਗੱਲ ਨਹੀਂ ਕਰ ਰਿਹਾ।